ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ DLED ਫਸਟ ਈਅਰ ਦੀ ਬੁੱਕ ਐਜੂਕੇਸ਼ਨ ਸੋਸਾਇਟੀ ਕਰਿਕੂਲਮ ਐਂਡ ਲਰਨਰਸ ਦਾ ਫਸਟ ਚੈਪਟਰ ਸਟਾਰਟ ਕਰਾਂਗੇ। ਜਦੋਂ ਵੀ ਤੁਸੀਂ ਦੇਖੋ ਬੱਚੇ ਸਟਾਰਟ ਕਰੋਗੇ ਆਪਣੀ ਬੁੱਕ ਨੂੰ ਪੜ੍ਹਨਾ ਤਾਂ ਤੁਸੀਂ ਆਪਣੀ ਬੁੱਕ ਨਾਲ ਕੋਲੇ ਲੈ ਕੇ ਬੈਠਣਾ, ਠੀਕ ਹੈ ਪਲੀਜ਼, ਤਾਂ ਕਿ ਤੁਸੀਂ ਜਿਹੜਾ ਵੀ ਕੁਝ ਮੈਂ ਤੁਹਾਨੂੰ ਅੰਡਰਲਾਈਨ ਕਰਵਾਉਂਗੀ ਮੈਂ ਜ਼ਿਆਦਾ ਡੀਪ ਨਹੀਂ ਕਰਵਾਉਂਗੀ, ਬਸ ਥੋੜ੍ਹਾ ਜਿਹਾ ਤੁਹਾਨੂੰ ਦੱਸਦੀ ਰਹੂੰਗੀ ਕਿ ਹਾਂ ਤੁਸੀਂ ਇਹਦੇ ਵਿੱਚ ਇੰਨਾ ਕੁ ਲਿਖ ਸਕਦੇ ਹੋਗੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ, ਠੀਕ ਹੈ। ਚਲੋ ਸਟਾਰਟ ਕਰਦੇ ਹਾਂ ਫਸਟ ਚੈਪਟਰ। ਦੇਖੋ ਫਸਟ ਤੁਹਾਡੇ ਕੋਲ ਮੈਂ ਤੁਹਾਨੂੰ ਡਿਸਕਸ ਕਰ ਲੈਣੇ ਥੋੜ੍ਹੇ ਜਿਹੇ ਕੁਐਸਚਨ ਇਸ ਚੈਪਟਰ ਦੇ ਵਿੱਚ ਕਿਵੇਂ ਬਣ ਸਕਦੇ ਨੇ। ਦੇਖੋ ਫਸਟ ਕੁਐਸਚਨ ਤੁਹਾਡੇ ਤੋਂ ਬਣ ਸਕਦਾ ਹੈ ਕਿ ਸਿੱਖਿਆ ਦਾ ਅਰਥ ਦੱਸਣਾ ਹੈਗਾ। ਛੋਟੇ ਕੁਐਸਚਨ ਦੇ ਵਿੱਚ ਆ ਸਕਦਾ ਤੁਹਾਡੇ ਕੋਲੇ, ਉਸ ਦੇ ਨਾਲ ਆਪਣੇ ਤੋਂ ਕੁਐਸਚਨ ਪੁੱਛ ਸਕਦੀ ਹੈ ਕਿ ਸਿੱਖਿਆ ਦਾ ਅਰਥ ਦੱਸਣਾ ਹੈ ਜਾਂ ਸਿੱਖਿਆ ਦੀ ਪਰਿਭਾਸ਼ਾ ਲਿਖਣੀ ਹੈ। ਕੁਐਸਚਨ ਕਿਵੇਂ ਵੀ ਬਣ ਕੇ ਆ ਸਕਦਾ ਹੈ। ਅਤੇ ਜਾਂ ਫਿਰ ਤੁਹਾਡੀ ਜੋ ਦੇਖੋ ਉੱਥੇ ਨਾ ਵਰਡ ਸਪੈਸੀਫਿਕ ਯੂਜ਼ ਕਰ ਸਕਦੇ ਕਿ ਸ਼ਾਬਦਿਕ ਅਰਥ ਦੱਸੋ ਜਾਂ ਵਿਉਂਤਪਤੀ ਅਰਥ ਦੱਸੋ। ਤੁਸੀਂ ਉਲਝਣਾ ਨਹੀਂ ਹੈਗਾ ਇਹ ਸਾਰੇ ਵਰਡਸ ਨੂੰ ਲੈ ਕੇ, ਸਿੰਪਲ ਕੁਐਸਚਨ ਕੀ ਪੁੱਛਿਆ ਅਰਥ ਪਰਿਭਾਸ਼ਾ ਬਸ ਤੁਸੀਂ ਲਿਖ ਦੇਣਾ ਹੈ, ਠੀਕ ਹੈ। ਇਸ ਤੋਂ ਬਾਅਦ ਇੱਕ ਇਹਦਾ ਕੁਐਸਚਨ ਆ ਸਕਦਾ ਹੈ, ਅਗਰ ਤੁਹਾਡੇ ਤੋਂ ਦੇਖੋ ਲੈਂਦੀ ਕੁਐਸਚਨ ਬਣਦਾ ਇਸ ਚੈਪਟਰ 'ਚੋਂ ਤਾਂ ਕੁਐਸਚਨ ਬਣੂਗਾ ਕਿ ਸਿੱਖਿਆ ਦਾ ਸੰਕੁਚਿਤ ਅਤੇ ਵਿਆਪਕ ਅਰਥ ਦੋਨੋਂ ਦੱਸਣੀ ਹੈ। ਜੇ ਅਗਰ ਛੋਟਾ ਕੁਐਸਚਨ ਬਣਦਾ ਜਿਹੜਾ ਆਪਣਾ 3 ਮਾਰਕਸ ਦੇ ਵਿੱਚ ਆਏਗਾ ਆਈ ਥਿੰਕ ਪੇਪਰ ਦੇ ਵਿੱਚ, ਤਾਂ ਉਹਦਾ ਕੁਐਸਚਨ ਬਣ ਜੂਗਾ ਸਿੱਖਿਆ ਦਾ ਸੰਕੁਚਿਤ ਅਰਥ ਦੱਸੋ ਜਾਂ ਫਿਰ ਸਿੱਖਿਆ ਦਾ ਵਿਆਪਕ ਅਰਥ ਦੱਸੋ। ਤਾਂ ਕੁਐਸਚਨ ਕੰਪਲੀਟ ਕਰ ਲੈਣੇ, ਲੈਂਦੀ ਕੁਐਸਚਨ ਵਿੱਚ ਵੀ ਆ ਸਕਦਾ ਹੈ, ਸ਼ਾਰਟ ਕੁਐਸਚਨ ਵਿੱਚ ਵੀ ਆ ਸਕਦਾ ਹੈ। ਇਸ ਤੋਂ ਬਾਅਦ ਦੇਖੋ ਤੁਹਾਡੇ ਕੋਲ ਆ ਦਿੱਤਾ ਹੋਇਆ ਡਿਫਰੈਂਸ। ਫੁੱਲ ਐਕਸਪਲੇਨੇਸ਼ਨ ਕਰਨ ਤੋਂ ਬਾਅਦ ਇੱਕ ਵਾਰੀ ਤੁਸੀਂ ਇਹਨਾਂ ਦਾ ਅੰਤਰ ਡਿਫਰੈਂਸ ਕਰ ਲਿਓ, ਤੁਹਾਨੂੰ ਹੋਰ ਜ਼ਿਆਦਾ ਪੁਆਇੰਟਸ ਕਲੀਅਰ ਹੋ ਜਾਣਗੇ ਕਿ ਸੰਕੁਚਿਤ ਵਿੱਚ ਕੀ ਲਿਖਣਾ ਹੈ, ਵਿਆਪਕ ਵਿੱਚ ਅਸੀਂ ਕੀ ਲਿਖਣਾ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਕੁਐਸਚਨ ਆ ਸਕਦਾ ਹੈਗਾ ਸਿੱਖਿਆ ਦਾ ਅਰਥ ਦੱਸਣਾ ਹੈ, ਉਹਦੀ ਪਰਿਭਾਸ਼ਾ ਨੂੰ ਦੱਸਦੇ ਹੋਏ ਸਿੱਖਿਆ ਦੇ ਵਿਸ਼ੇਸ਼ਤਾਵਾਂ ਨੂੰ ਐਕਸਪਲੇਨ ਕਰੋ। ਕੁਐਸਚਨ ਕਿਵੇਂ ਬਣੂਗਾ, ਲੈਂਦੀ ਕੁਐਸਚਨ, ਸਿੱਖਿਆ ਦੀ ਪਰਿਭਾਸ਼ਾ, ਉਸ ਦਾ ਅਰਥ ਨੂੰ ਸਪਸ਼ਟ ਕਰਦੇ ਹੋਏ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ ਜਾਂ ਫਿਰ ਸਿੱਖਿਆ ਦਾ ਸਰੂਪ ਲਿਖੋ। ਵੈਸੇ ਜ਼ਿਆਦਾ ਵਰਡ ਵਿਸ਼ੇਸ਼ਤਾਵਾਂ ਹੀ ਯੂਜ਼ ਕਰਦੇ ਹੈ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਜੇ ਉਹੀ ਸੇਮ ਅਗੇਨ ਕੁਐਸਚਨ ਬਣ ਸਕਦਾ ਹੈ ਲੈਂਦੀ ਕੁਐਸਚਨ, ਸਿੱਖਿਆ ਦੀ ਪਰਿਭਾਸ਼ਾ ਅਤੇ ਉਸ ਦਾ ਅਰਥ ਐਕਸਪਲੇਨ ਕਰਦੇ ਹੋਏ ਮਾਨਵ ਸਮਾਜ ਵਿੱਚ ਸਿੱਖਿਆ ਦੀ ਲੋੜ ਨੂੰ ਵਿਆਖਿਆ ਸਾਹਿਤ ਦੱਸੋ, ਠੀਕ ਹੈ। ਐਵੇਂ ਹੀ ਕੁਐਸਚਨ ਬਣਨਗੇ। ਤਾਂ ਮਤਲਬ ਕੀ ਹੋਇਆ, ਜਿਹੜਾ ਆਪਣੇ ਕੋਲੇ ਅਰਥ ਹੈ ਉਹ ਤਾਂ ਤੁਸੀਂ ਪੱਕਾ ਕਰਨਾ ਹੀ ਕਰਨਾ ਹੈਗਾ। ਤਾਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਇਹ ਚੈਪਟਰ ਕੰਪਲੀਟ ਹੋ ਜਾਊਗਾ। ਚਲੋ ਇਸ ਦੀ ਦੇਖਦੇ ਹਾਂ ਆਪਾਂ ਐਕਸਪਲੇਨੇਸ਼ਨ ਕਿਵੇਂ ਕਿਵੇਂ ਹੈ ਇਹਦੇ ਵਿੱਚ। ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲੇ ਫਸਟ ਤੁਸੀਂ ਕੁਐਸਚਨ ਦੇ ਵਿੱਚ ਲਿਖਣਾ ਹੈਗਾ ਕਿ ਇਸ ਦੀ ਇੰਟਰੋਡਕਸ਼ਨ, ਠੀਕ ਹੈ। ਇੰਟਰੋਡਕਸ਼ਨ ਦੇ ਪਾਰਟ ਵਿੱਚ ਕੁਝ 4-5 ਲਾਈਨਸ ਲਿਖ ਦਿਓ ਕੁਐਸਚਨ ਦੇ ਵਿੱਚ। ਤਾਂ ਆਪਣੇ ਕੋਲੇ ਕੁਐਸਚਨ ਕੀ ਹੈਗਾ, ਦੇਖੋ ਵੀ ਕਿ ਇੱਕ ਜਿਹੜਾ ਸਿੱਖਿਆ ਹੈ ਉਹ ਮਾਨਵ ਮਤਲਬ ਵਿਅਕਤੀ ਦੇ ਜੀਵਨ ਵਿੱਚ ਕੀ ਪ੍ਰਭਾਵ ਪਾਉਂਦੀ ਹੈ, ਕੀ ਲੋੜ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਮਾਨਵ ਦੇ ਜੀਵਨ ਵਿੱਚ ਜਿਹੜੀ ਸਿੱਖਿਆ ਦੀ ਭੂਮਿਕਾ ਹੈ ਬਹੁਤ ਮਹੱਤਵਪੂਰਨ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਦੇਖੋ ਖੁਦ 'ਤੇ ਵੀ ਲਿਆ ਕੇ ਸੋਚ ਸਕਦੇ ਹੋਗੇ ਕਿ ਆਪਾਂ ਇੱਕ ਵਿਅਕਤੀ ਹੈਗੇ ਹਾਂ, ਜੇ ਅੱਜ ਆਪਾਂ ਪੜ੍ਹੇ ਲਿਖੇ ਨਾ ਹੁੰਦੇ ਤਾਂ ਆਪਣਾ ਜੀਵਨ ਕਿਹੋ ਜਿਹਾ ਹੋਣਾ ਸੀ, ਠੀਕ ਹੈ। ਅਤੇ ਅੱਜ ਅਗਰ ਆਪਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਹੈਗਾ, ਆਪਣੇ ਅੰਦਰ ਸਿੱਖਿਆ ਹੈਗੀ ਹੈ, ਤਾਂ ਆਪਣਾ ਅੱਜ ਲਾਈਫ ਕਿੰਨੀ ਕੁ ਜ਼ਿਆਦਾ ਅੱਛੀ ਹੋ ਚੁੱਕੀ ਹੈ। ਤਾਂ ਕੁਛ ਚੀਜ਼ਾਂ ਤੁਸੀਂ ਖੁਦ ਲਈ ਵੀ ਸੋਚ ਕੇ ਲਿਖ ਸਕਦੇ ਹੋ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਹੀ ਲਾਈਨ ਟੂ ਲਾਈਨ ਹੀ ਸੋਚਣਾ ਹੈ, ਠੀਕ ਹੈ। ਚਲੋ ਪੜ੍ਹਦੇ ਹਾਂ। ਇਹ ਕਿਸੇ ਵਿਅਕਤੀ ਨੂੰ ਵਾਸਤਵਿਕ ਮਨੁੱਖ ਬਣਾਉਂਦੀ ਹੈ। ਦੇਖੋ ਵਾਸਤਵਿਕ ਦਾ ਮਤਲਬ ਹੁੰਦਾ ਹੈਗਾ ਕਿ ਆਪਾਂ ਇੱਕ ਰੀਅਲ ਪਰਸਨ ਦੀ ਤਰ੍ਹਾਂ ਬਿਹੇਵ ਕਰਦੇ ਹਾਂ। ਆਈ ਨਹੀਂ ਹੁੰਦਾ ਕਿ ਆਪਾਂ ਨੂੰ ਕੁਛ ਨਹੀਂ ਆ ਰਿਹਾ ਤਾਂ ਆਪਾਂ ਕੁਛ ਨਕਲ ਨਹੀਂ ਕਰਦੇ ਕਿ ਹਾਂਜੀ ਇਹ ਚੀਜ਼ ਕਿਵੇਂ ਹੈ ਕਿਵੇਂ ਨਹੀਂ, ਆਪਾਂ ਨੂੰ ਆਉਂਦਾ ਹੁੰਦਾ, ਆਪਾਂ ਫਟਦੇ ਨਹੀਂ, ਆਪਣਾ ਹਰ ਕੰਮ ਖੁਦ ਕਰ ਲੈਂਦੇ ਹਾਂ। ਵਾਸਤਵਿਕ ਮਤਲਬ ਆਪਾਂ ਇੱਕ ਰੀਅਲ ਪਰਸਨ ਦੀ ਤਰ੍ਹਾਂ ਬਿਹੇਵ ਕਰਦੇ ਹਾਂ। ਜਦੋਂ ਕੁਛ ਨਹੀਂ ਆਉਂਦਾ ਹੁੰਦਾ ਫਿਰ ਆਪਾਂ ਕੀ ਹੁੰਦਾ, ਦੂਜੇ 'ਤੇ ਡਿਪੈਂਡ ਹੁੰਦੇ ਹਾਂ। ਹਾਂਜੀ ਮੈਂ ਉਸ ਤੋਂ ਪੁੱਛਦਾ, ਮੈਂ ਉਸ ਤੋਂ ਪੁੱਛਦਾ, ਫਿਰ ਅਗਲਾ ਆਪਣਾ ਟਾਈਮ 'ਤੇ ਕੰਮ ਕਰੂਗਾ ਨਹੀਂ ਕਰੂਗਾ ਕੁਛ ਨਹੀਂ ਪਤਾ ਹੁੰਦਾ। ਤਾਂ ਐਜੂਕੇਸ਼ਨ ਨਾਲ ਆਪਣੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਜਾਂਦੀ ਹੈ। ਤਾਂ ਇਸ ਲਈ ਮਾਨਵ ਜੀਵਨ ਦਾ ਆਧਾਰ ਸਤੰਭ ਮੰਨਿਆ ਗਿਆ ਹੈ ਕਿਸ ਨੂੰ, ਸਿੱਖਿਆ ਨੂੰ। ਸਿੱਖਿਆ ਦੀ ਅਣਹੋਂਦ, ਜੇਕਰ ਸਿੱਖਿਆ ਨਹੀਂ ਹੈਗੀ ਮਨੁੱਖ ਦੇ ਜੀਵਨ ਵਿੱਚ ਤਾਂ ਆਪਾਂ ਉਸ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਗੇ। ਇਹ ਮਾਨਵ ਜੀਵਨ ਨੂੰ ਗੁਣਵੱਤਾ ਅਤੇ ਉੱਚਤਾ ਦੇ ਸਿਖਰ 'ਤੇ ਲੈ ਜਾਂਦੀ ਹੈ। ਹੁਣ ਇਹਦਾ ਮਤਲਬ ਕੀ ਹੋਇਆ ਕਿ ਆਪਣਾ ਜਿਹੜਾ ਜੀਵਨ ਹੈ ਸਾਰਥਕ ਬਣ ਜਾਂਦਾ ਹੈ। ਆਪਣੇ ਵਿੱਚ ਸਮਾਜਿਕ, ਸੱਭਿਆਚਾਰਿਕ, ਨੈਤਿਕ ਇਹ ਸਾਰੇ ਦੇ ਸਾਰੇ ਗੁਣ ਆ ਜਾਂਦੇ ਹੈ। ਇੱਕ ਸਿੰਪਲ ਲਾਈਨ ਲਿਖ ਸਕਦੀ ਹਾਂ ਕਿ ਸਿੱਖਿਆ ਅਗਰ ਮਨੁੱਖ ਦੇ ਜੀਵਨ ਵਿੱਚ ਹੈ ਤਾਂ ਉਸ ਸਰਵਪੱਖੀ ਵਿਕਾਸ ਹੋ ਜਾਂਦਾ ਉਸ ਮਨੁੱਖ ਦਾ। ਸਰਵਪੱਖੀ ਵਿਕਾਸ ਮਤਲਬ
ਸੱਭਿਆਚਾਰਿਕ, ਸਮਾਜਿਕ, ਨੈਤਿਕ ਅਧਿਆਤਮਿਕ ਰੰਗ। ਹੋਰ ਕੀ ਲਿਖ ਸਕਦੇ ਹੋ ਕਿ ਜਿਹੜਾ ਮਨੁੱਖ ਹੈ ਵਿਦਵਾਨ ਬਣ ਜਾਂਦਾ ਹੈ, ਚਰਿੱਤਰਵਾਨ ਬਣ ਜਾਂਦਾ ਹੈ, ਬੁੱਧੀਮਾਨ ਬਣ ਜਾਂਦਾ ਹੈ। ਇਹ ਸਾਰਾ ਕੁਝ ਸਰਵ ਪੱਖੀ ਵਿਕਾਸ ਵਿੱਚ ਆ ਜਾਂਦਾ ਹੈ। ਕੁਛ ਟੈਗ ਵਰਡਸ ਯੂਜ਼ ਕਰਨ ਦੇ ਨਾਲ ਤੁਹਾਡਾ ਕੁਐਸਚਨ ਬਹੁਤ ਅੱਛਾ ਬਣ ਜਾਊਗਾ। ਠੀਕ ਹੈ, ਅੰਡਰਲਾਈਨ ਕਰ ਲਿਆ ਕਰੋ, ਇੰਨਾ ਕੁ ਬਹੁਤ ਹੈ। ਉਸ ਤੋਂ ਬਾਅਦ ਆਪਾਂ ਸਿੱਖਿਆ ਦਾ ਅਰਥ ਲਿਖਾਂਗੇ। ਜਿਹੜਾ ਅਰਥ ਹੈਗਾ ਉਹ ਇਹਦੇ ਵਿੱਚ ਆਪਣੇ ਕੋਲੇ 3 ਪਰਿਭਾਸ਼ਾ ਦਿੱਤੀਆਂ ਹੋਈਆਂ। ਮੈਂ ਤੁਹਾਨੂੰ 2 ਕਰਵਾਉਂਗੀ, ਕਿਸੇ ਨੇ 3rd ਕਰਨੀ ਹੈ ਕਰ ਸਕਦਾ ਹੈ। 2 ਸਫੀਸ਼ੀਐਂਟ ਨੇ ਪੇਪਰ ਦੇ ਲਈ। ਸਭ ਤੋਂ ਪਹਿਲਾਂ ਸਿੱਖਿਆ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆਪਾਂ? ਐਜੂਕੇਸ਼ਨ। ਐਜੂਕੇਸ਼ਨ ਜਿਹੜਾ ਇੱਕ ਸ਼ਬਦ ਹੈ ਉਹ ਲੈਟਿਨ ਭਾਸ਼ਾ ਤੋਂ ਲਿਆ ਗਿਆ ਹੈ, ਅਤੇ ਲੈਟਿਨ ਭਾਸ਼ਾ ਵਿੱਚ ਐਜੂਕੇਸ਼ਨ ਦਾ ਕੀ ਮੀਨਿੰਗ ਹੁੰਦਾ? ਐਜੂਕੇਟਮ। ਠੀਕ ਹੈ, ਇੱਥੋਂ ਤੱਕ ਲਿਖ ਕੇ ਤੁਸੀਂ ਫਿਰ ਇਸ ਦਾ ਮਤਲਬ ਲਿਖ ਦਿਓ। ਐਜੂਕੇਟਮ ਦਾ ਅਰਥ ਹੈ ਅੰਦਰ ਤੋਂ ਬਾਹਰ ਵੱਲ ਲੈ ਕੇ ਆਉਣਾ। ਹੁਣ ਇਸ ਦਾ ਅਰਥ ਕੀ ਹੈਗਾ ਕਿ ਜਿਹੜਾ ਬੱਚਾ ਹੁੰਦਾ ਹੈ ਉਹ ਕੁਛ ਜਮਾਂਦਰੂ ਪ੍ਰਵਿਰਤੀਆਂ ਵਾਲਾ ਹੁੰਦਾ। ਆਏ ਨਹੀਂ ਹੁੰਦਾ ਵੀ ਬੱਚੇ ਦੇ ਅੰਦਰ ਕੁਛ ਵੀ ਨਹੀਂ ਹੁੰਦਾ। ਇਹਨਾਂ ਦੇ ਅਕੋਰਡਿੰਗ ਕੀ ਕਹਿੰਦੇ ਆ ਵੀ ਜਿਹੜਾ ਬੱਚਾ ਹੁੰਦਾ ਬੱਚੇ ਦੇ ਅੰਦਰ ਜਮਾਂਦਰੂ ਟਾਈਮ 'ਤੇ ਕੁਛ ਪ੍ਰਵਿਰਤੀਆਂ ਹੁੰਦੀਆਂ। ਜਿਹੜਾ ਅਧਿਆਪਕ ਹੈ ਉਹ ਉਸ ਨੂੰ ਜਿਹੜੀਆਂ ਸ਼ਕਤੀਆਂ ਹੁੰਦੀਆਂ ਉਹ ਸੁਸਤ ਅਵਸਥਾ ਵਿੱਚ ਪਈਆਂ ਹੁੰਦੀਆਂ। ਉਹ ਬਸ ਅਧਿਆਪਕ ਕੀ ਕਰਦਾ? ਉਸ ਸੁਸਤ ਅਵਸਥਾ ਵਿੱਚ ਪਈਆਂ ਹੋਈਆਂ ਸ਼ਕਤੀਆਂ ਨੂੰ ਬਾਹਰ ਲਿਆਉਂਦਾ, ਵਿਕਸਿਤ ਕਰਨ ਵਿੱਚ ਹੈਲਪ ਕਰਦਾ। ਸਿੰਪਲ ਭਾਸ਼ਾ ਵਿੱਚ ਸਮਝਿਆ ਜਾਵੇ, ਜਿਹੜਾ ਅਧਿਆਪਕ ਹੁੰਦਾ ਬੱਚੇ ਨੂੰ ਪੜ੍ਹਾਉਂਦਾ। ਪੜ੍ਹਾਉਣ ਦੇ ਨਾਲ ਕੀ ਹੁੰਦੇ ਆ? ਬੱਚੇ ਦੇ ਅੰਦਰ ਸੁਸਤ ਪਈਆਂ ਜਿਹੜੀਆਂ ਵੀ ਸ਼ਕਤੀਆਂ ਹੁੰਦੀਆਂ ਉਹ ਉਜਾਗਰ ਹੋ ਜਾਂਦੀਆਂ, ਅਤੇ ਜਿਹੜਾ ਬੱਚਾ ਐਕਟਿਵ ਹੋ ਜਾਂਦਾ ਉਸ ਲੈਂਗੁਏਜ ਲਈ, ਉਸ ਸਿੱਖਿਆ ਲਈ ਐਕਟਿਵ ਹੋ ਜਾਂਦਾ। ਠੀਕ ਹੈ, ਟੀਚਰ ਉਹਦੇ ਵਿੱਚ ਐਕਸਟਰਾ ਕੁਛ ਨਹੀਂ ਪਾਉਂਦਾ, ਇਹ ਐਂ ਕਹਿੰਦੇ ਹੈ। ਸੈਕਿੰਡ ਤੁਸੀਂ ਲਿਖ ਦਿਓ ਰੋਜ਼ ਦੇ ਅਕੋਰਡਿੰਗ। ਐਜੂਕੇਸ਼ਨ ਸ਼ਬਦ ਲੈਟਿਨ ਭਾਸ਼ਾ ਦੇ ਸ਼ਬਦ ਐਜੂਕੇਅਰ ਤੋਂ ਲਿਆ ਗਿਆ ਹੈ। ਐਜੂਕੇਅਰ ਦਾ ਅਰਥ ਹੈ ਪਾਲਣ ਪੋਸ਼ਣ ਕਰਨਾ, ਬਸ। ਠੀਕ ਹੈ, ਇਹ ਤੁਹਾਡੀਆਂ 2 ਡੈਫੀਨੇਸ਼ਨ ਕੰਪਲੀਟ ਹੋ ਗਈਆਂ। ਇਸ ਤੋਂ ਬਾਅਦ ਨੈਕਸਟ ਟੌਪਿਕ 'ਤੇ ਕਰਦੇ ਹਾਂ ਆਪਾਂ ਸਿੱਖਿਆ ਦਾ ਸੰਕੁਚਿਤ ਤੇ ਵਿਆਪਕ ਅਰਥ। ਸੰਕੁਚਿਤ ਮਤਲਬ ਨੈਰੋ, ਇਕੱਠਾ ਹੋਇਆ, ਸੰਕੁਚਿਤ ਹੋਇਆ। ਵਿਆਪਕ ਮਤਲਬ ਖੁੱਲ੍ਹਾ, ਵੱਡਾ, ਜਿਹਦਾ ਏਰੀਆ ਬਹੁਤ ਵੱਡਾ ਹੈ। ਠੀਕ ਹੈ, ਸ਼ਬਦ ਤੋਂ ਕਲੀਅਰ ਹੋ ਗਿਆ। ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਸਿੱਖਿਆ ਦਾ ਵਿਆਪਕ ਅਰਥ ਦੇ ਰੱਖਿਆ, ਆਪਾਂ ਉਸ ਦੇ ਬਾਰੇ ਪੜ੍ਹਦੇ ਹਾਂ। ਸਿੱਖਿਆ ਦਾ ਵਿਆਪਕ ਅਰਥ, ਸਿੱਖਿਆ ਜੀਵਨ ਭਰ ਲਗਾਤਾਰ ਚੱਲਦੀ ਹੈ। ਦੂਜੇ ਸ਼ਬਦਾਂ ਵਿੱਚ ਵਿਅਕਤੀ ਆਪਣੇ ਜਨਮ ਤੋਂ ਲੈ ਕੇ ਮੌਤ ਤੱਕ ਜੋ ਵੀ ਕੁਝ ਸਿੱਖਦਾ ਹੈ, ਇਹ ਸਾਰਾ ਕੁਝ ਜਿਹੜਾ ਹੈ ਵਿਆਪਕ ਅਰਥ ਦੇ ਵਿੱਚ ਆ ਜਾਂਦਾ ਹੈਗਾ। ਹੁਣ ਇਸ ਦੇ ਵਿੱਚ ਕੀ ਹੈ, ਜਿਹੜਾ ਬੱਚਾ ਹੈ ਜਨਮ ਸਮੇਂ ਜਿਹੜਾ ਹੋਇਆ ਉਹਦੇ ਆਸੇ ਪਾਸੇ ਉਹਦਾ ਜਿਹੋ ਜਿਹਾ ਇਨਵਾਇਰਮੈਂਟ ਦਿੱਤਾ ਗਿਆ, ਜਿਹੋ ਜਿਹੀ ਫੈਮਿਲੀ ਦਿੱਤੀ ਗਈ, ਉਹਦੇ 'ਚ ਜੋ ਕੁਛ ਉਹਨੇ ਸਿੱਖਿਆ ਹੌਲੀ ਹੌਲੀ ਵੱਡਾ ਹੋਇਆ, ਸਿੱਖਦਾ ਗਿਆ ਆਪਦੀ ਮੌਤ ਤੱਕ ਉਹ ਜਿਹਨੇ ਜਿੰਨਾ ਵੀ ਕੁਛ ਸਿੱਖਿਆ ਉਹ ਸਾਰਾ ਕੁਛ ਉਸ ਦਾ ਵਿਆਪਕ ਸਿੱਖਿਆ ਦੇ ਵਿੱਚ ਆ ਜਾਊਗਾ। ਉਸੇ ਸਿੱਖਣ ਤੇ ਅਨੁਭਵ ਕਰਨ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਹੌਲੀ ਹੌਲੀ ਵਿਭਿੰਨ ਪ੍ਰਕਾਰ ਨਾਲ ਆਪਣੇ ਭੌਤਿਕ, ਸਮਾਜਿਕ ਤੇ ਅਧਿਆਤਮਿਕ ਵਾਤਾਵਰਣ ਨਾਲ ਆਪਣਾ ਅਨੁਕੂਲਨ ਸਥਾਪਿਤ ਕਰਦਾ ਹੈ। ਅਜਿਹੀ ਸਿੱਖਿਆ ਕਿਸੇ ਵਿਸ਼ੇਸ਼ ਵਿਅਕਤੀ, ਸਮੇਂ, ਸਥਾਨ ਜਾਂ ਦੇਸ਼ ਤੱਕ ਹੀ ਸੀਮਤ ਨਹੀਂ ਰਹਿੰਦੀ। ਹੁਣ ਇਸ ਦਾ ਮਤਲਬ ਕੀ ਹੋਇਆ ਕਿ ਜਿਹੜੀ ਵਿਆਪਕ ਸਿੱਖਿਆ ਹੁੰਦੀ ਹੈ ਉਹ ਕਿਸੇ ਸਪੈਸ਼ਲ ਵਿਅਕਤੀ ਵਾਸਤੇ ਨਹੀਂ ਹੁੰਦੀ। ਇਹ ਤੁਹਾਡੇ ਵਾਸਤੇ ਵੀ ਹੈ, ਮੇਰੇ ਵਾਸਤੇ ਵੀ ਹੈ, ਹਰ ਇੱਕ ਪਰਸਨ ਵਾਸਤੇ ਹੈਗੀ ਹੈ। ਆਪਾਂ ਜਦੋਂ ਵੀ ਕਿਤੇ ਅੰਦਰ ਬਾਹਰ ਜਾਂਦੇ ਹਾਂ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ ਨਾ, ਚਾਹੇ ਆਪਣੇ ਤੋਂ ਕੋਈ ਛੋਟਾ ਹੈਗਾ ਕੋਈ ਵੱਡਾ ਹੈ, ਆਪਾਂ ਕਿੱਥੇ ਵੀ ਜਾਂਦੇ ਹਾਂ ਜਿਹੜੀ ਛੋਟੀ ਤੋਂ ਛੋਟੀ ਆਪਾਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ ਉਹ ਸਾਰੀ ਦੀ ਸਾਰੀ ਸਿੱਖਿਆ ਵਿਆਪਕ ਵਿੱਚ ਆ ਜਾਂਦੀ ਹੈ। ਅਤੇ ਇਹ ਚੀਜ਼ ਕਿਸੇ ਪਰਟੀਕੂਲਰ ਵਿਅਕਤੀ ਵਾਸਤੇ ਨਹੀਂ ਹੁੰਦੀ, ਇਹ ਹਰ ਇੱਕ ਵਿਅਕਤੀ ਵਾਸਤੇ ਹੁੰਦੀ ਹੈ। ਕੋਈ ਇਹਦਾ ਪਰਟੀਕੂਲਰ ਟਾਈਮ ਨਹੀਂ ਹੁੰਦਾ ਸਿੱਖਣ ਦਾ। ਤੁਹਾਡੇ ਸਾਹਮਣੇ ਜਦੋਂ ਵੀ ਕੋਈ ਇੰਸੀਡੈਂਟ ਹੋਇਆ, ਕੁਛ ਵੀ ਹੋਇਆ, ਤੁਸੀਂ ਉਹ ਤੋਂ ਜੋ ਵੀ ਸਿੱਖਿਆ ਲੱਤੀ ਤਾਂ ਨਾ ਤਾਂ ਉਹਦਾ ਕੋਈ ਟਾਈਮ ਹੁੰਦਾ ਕਿ ਹਾਂਜੀ ਇਸੇ ਟਾਈਮ 'ਤੇ ਹੀ ਸਿੱਖਣਾ, ਨਾ ਹੀ ਉਹਦਾ ਕੋਈ ਸਥਾਨ ਹੁੰਦਾ, ਨਾ ਹੀ ਕੋਈ ਦੇਸ਼ ਹੁੰਦਾ। ਆਈ ਨਹੀਂ ਹੈਗਾ ਗਾ ਕਿ ਆਹ ਜਿਹੜੀ ਸਿੱਖਿਆ ਹੈਗੀ ਆ ਉਹ ਇੰਡੀਆ ਦੇ ਵਿੱਚ ਹੀ ਹੈ, ਬਾਕੀ ਸਾਰੀਆਂ ਕੰਟਰੀ ਵਿੱਚ ਵੀ ਹੈ, ਕਿਸੇ ਵੀ ਦੇਸ਼ ਵਿੱਚ ਕੋਈ ਵੀ ਵਿਅਕਤੀ ਵਿਆਪਕ ਸਿੱਖਿਆ ਨੂੰ ਗ੍ਰਹਿਣ ਕਰ ਸਕਦਾ ਹੈਗਾ। ਸਗੋਂ ਜਿਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਆ ਕੇ ਬੱਚਾ ਜੋ ਵੀ ਕੁਝ ਸਿੱਖਦਾ ਹੈ ਉਹ ਸਭ ਉਸੇ ਅਧਿਆਪਕ ਹਨ, ਅਤੇ ਜਿਨ੍ਹਾਂ ਨੂੰ ਉਹ ਸਿਖਾਉਂਦਾ ਉਹ ਸਾਰੇ ਉਸੇ ਸ਼ਿਸ਼ਯ ਹਨ। ਹੁਣ ਇਸ ਦਾ ਮਤਲਬ ਕੀ ਹੋਇਆ ਕਿ ਤੁਸੀਂ ਜੋ ਕੁਛ ਆਪਦੇ ਮੰਮਾ ਤੋਂ ਸਿੱਖ ਲਿਆ, ਆਪਦੇ ਪਾਪਾ ਤੋਂ ਸਿੱਖ ਲਿਆ, ਠੀਕ ਹੈ, ਤੁਸੀਂ ਆਪਦੇ ਛੋਟੇ ਭੈਣ ਭਰਾ ਤੋਂ ਸਿੱਖ ਲਿਆ, ਵੱਡੀ ਭੈਣ ਭਰਾ ਤੋਂ ਸਿੱਖ ਲਿਆ, ਕਿਸੇ ਤੋਂ ਵੀ ਸਿੱਖ ਲਿਆ, ਆਪਦੇ ਦੋਸਤ ਤੋਂ ਸਿੱਖ ਲਿਆ, ਕਿਸੇ ਤੋਂ ਵੀ ਸਿੱਖ ਲਿਆ, ਉਹ ਸਾਰੇ ਤੁਹਾਡੇ ਕੀ ਹੈਗੇ? ਅਧਿਆਪਕ। ਫਿਰ ਤੁਸੀਂ ਜਿਨ੍ਹਾਂ ਨੂੰ ਸਿਖਾਤਾ
कोई चीज़ ਇਹੋ ਜਿਹੀ ਹੈ ਜਿਹੜੀ ਤੁਹਾਡੇ ਪਾਪਾ ਨੂੰ ਨਹੀਂ ਆਉਂਦੀ, ਤੁਹਾਡੀ ਮੰਮਾ ਨੂੰ ਨਹੀਂ ਆਉਂਦੀ, ਉਹ ਚੀਜ਼ ਤੁਸੀਂ ਉਹਨਾਂ ਨੂੰ ਸਿਖਾਤੀ, ਤੁਸੀਂ ਆਪਦੇ ਵੱਡੇ ਭੈਣ ਭਰਾ ਨੂੰ ਸਿਖਾਤੀ, ਆਪਦੇ ਤੁਸੀਂ ਕਿਸੇ ਦੋਸਤ ਨੂੰ ਸਿਖਾਤੀ, ਕਿਸੇ ਨੂੰ ਵੀ ਤੁਸੀਂ ਜੋ ਚੀਜ਼ ਸਿਖਾਤੀ ਉਸ ਟਾਈਮ 'ਤੇ ਉਹ ਸਾਰੇ ਤੁਹਾਡੇ ਕੀ ਹੋ ਗਏ, ਸ਼ਿਸ਼ਯ ਮਤਲਬ ਤੁਹਾਡੇ ਸਟੂਡੈਂਟ ਹੋ ਗਏ, ਅਤੇ ਤੁਸੀਂ ਕੀ ਹੋ ਗਏ, ਟੀਚਰ ਹੋ ਗਏ। ਠੀਕ ਹੈ, ਜੋ ਚੀਜ਼ ਸਿਖਾ ਰਹੀ ਹੈ ਉਹ ਟੀਚਰ, ਅਤੇ ਜੋ ਚੀਜ਼ ਸਿੱਖ ਰਹੀ ਹੈ ਉਹ ਸਟੂਡੈਂਟ। ਇਹਦੇ ਵਿੱਚ ਏਜ ਦੀ ਗੱਲ ਨਹੀਂ ਕਰਨੀ ਕਿ ਜਿਹੜਾ ਵੱਡਾ ਹੈ ਉਹੀ ਟੀਚਰ ਹੈ। ਠੀਕ ਹੈ, ਜੋ ਚੀਜ਼ ਸਿਖਾ ਰਹੀ ਹੈ ਬਸ ਉਹ ਟੀਚਰ ਹੈ। ਬਸ ਇੱਥੋਂ ਤੱਕ ਕਰ ਲਿਓ, ਛੱਡ ਦਿਓ। ਇਸ ਤੋਂ ਬਾਅਦ ਆਪਣੇ ਕੋਲੇ ਕੁਝ ਵਿਦਵਾਨ ਆਏ ਸੀਗੇ, ਮਨੋਵਿਗਿਆਨਿਕ ਕਹਿ ਸਕਦੇ ਹੋ, ਵਿਦਵਾਨ ਕਹਿ ਸਕਦੇ ਹੋ। ਹੁਣ ਉਹਨਾਂ ਨੇ ਵਿਆਪਕ ਸਿੱਖਿਆ ਨੂੰ ਕਿਵੇਂ ਐਕਸਪਲੇਨ ਕੀਤਾ ਆਪਦੇ ਸ਼ਬਦਾਂ ਦੇ ਵਿੱਚ, ਆਪਾਂ ਉਹਨੂੰ ਪੜ੍ਹਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਣਾ ਜਿਹੜੇ ਫਸਟ ਵਿਦਵਾਨ ਸੀਗੇ JS ਮੈਕੈਂਜੀ। ਵਿਆਪਕ ਅਰਥ ਵਿੱਚ ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਜੀਵਨ ਭਰ ਚੱਲਦੀ ਹੈ। ਸੇਮ ਆਪਾਂ ਪੜ੍ਹ ਚੁੱਕੇ ਹਾਂ। ਜੀਵਨ ਦੇ ਹਰੇਕ ਅਨੁਭਵ ਦੁਆਰਾ ਉਸ ਵਿੱਚ ਵਾਧਾ ਹੁੰਦਾ ਹੈ। ਕੀ ਮੀਨਿੰਗ ਹੋਇਆ ਇਸ ਦਾ? ਵਿਆਪਕ ਦਾ ਮੀਨਿੰਗ ਕੀ ਹੈ ਕਿ ਵਿਆਪਕ ਸਿੱਖਿਆ ਇੱਕ ਉਹ ਸਿੱਖਿਆ ਹੈ, ਇੱਕ ਉਹ ਪ੍ਰਕਿਰਿਆ ਹੈ ਜਿਹੜੀ ਕਿ ਹਰ ਇੱਕ ਵਿਅਕਤੀ ਦੇ ਜੀਵਨ ਭਰ ਚੱਲਦੀ ਹੈ। ਜੀਵਨ ਦੇ ਹਰ ਇੱਕ ਅਨੁਭਵ ਦੁਆਰਾ ਉਸ ਵਿੱਚ ਵਾਧਾ ਹੁੰਦਾ ਹੈ। ਹਰ ਇੱਕ ਅਨੁਭਵ ਦਾ ਮਤਲਬ ਹੋਇਆ ਤੁਸੀਂ ਜੋ ਵੀ ਚੀਜ਼ ਨੂੰ ਫੀਲ ਕਰਦੇ ਹੋ, ਕੁਛ ਸਿੱਖ ਰਹੇ ਹੋ, ਤੁਹਾਡੇ ਵਿੱਚ ਉਸ ਚੀਜ਼ ਦਾ, ਹਰ ਇੱਕ ਚੀਜ਼ ਦਾ ਵਾਧਾ ਹੋ ਰਿਹਾ ਹੈ। ਲਗਾ ਲਓ ਤੁਹਾਨੂੰ ਪਹਿਲਾਂ ਗੈਸ ਵੀ ਨਹੀਂ ਲਗਾਉਣਾ ਆਉਂਦਾ ਸੀ, ਤੁਸੀਂ ਗੈਸ ਲਗਾਉਣਾ ਸਿੱਖ ਲਿਆ, ਹੌਲੀ ਹੌਲੀ ਪਾਣੀ ਗਰਮ ਕਰਨਾ ਸਿੱਖ ਲਿਆ, ਚਾਹ ਬਣਾਉਣੀ ਸਿੱਖ ਲਈ। ਤਾਂ ਇਹ ਚੀਜ਼ਾਂ ਕੀ ਹੈ, ਹੌਲੀ ਹੌਲੀ ਸਟੈਪ ਬਾਈ ਸਟੈਪ ਹੈ, ਤੁਹਾਡੇ ਅੰਦਰ ਉਹ ਚੀਜ਼ਾਂ ਦਾ ਵਾਧਾ ਹੋ ਰਿਹਾ ਹੈ। ਠੀਕ ਹੈ, ਪਹਿਲਾਂ ਤੁਹਾਨੂੰ ਗੈਸ ਵੀ ਨਹੀਂ ਲਗਾਉਣਾ ਆਉਂਦਾ ਸੀ, ਪਰ ਹੁਣ ਤੁਸੀਂ ਖਾਣਾ ਵੀ ਬਣਾ ਲੈਂਦੇ ਹੋ। ਠੀਕ ਹੈ, ਤਾਂ ਉਹ ਗੁਣਾਂ ਦਾ ਤੁਹਾਡੇ ਅੰਦਰ ਵਾਧਾ ਹੋਏਗਾ। ਇਸ ਤੋਂ ਬਾਅਦ ਹੈ MK ਗਾਂਧੀ। ਸਿੱਖਿਆ ਦਾ ਅਰਥ ਮੈਂ ਬਾਲਕ ਤੇ ਮਨੁੱਖ ਵਿੱਚ ਆਤਮਾ, ਸਰੀਰ ਅਤੇ ਬੁੱਧੀ ਦੇ ਸਰਵਪੱਖੀ ਤੇ ਸਭ ਤੋਂ ਚੰਗੇ ਵਿਕਾਸ ਤੋਂ ਸਮਝਦਾ ਹਾਂ। ਜਿਹੜੇ MK ਗਾਂਧੀ ਹੈ ਉਹ ਖੁਦ ਦੀ ਗੱਲ ਕਰ ਰਹੇ ਹੈ ਕਿ ਜਿਹੜਾ ਸਿੱਖਿਆ ਦਾ ਅਰਥ ਹੈ, ਇੱਥੇ ਮੈਂ ਕੌਣ ਹੈ, ਗਾਂਧੀ ਜੀ ਨੇ। ਤਾਂ ਉਹ ਕਹਿੰਦੇ ਆ ਕਿ ਮੈਂ ਕੀ ਸਮਝਿਆ ਵੀ ਜਿਹੜਾ ਬਾਲਕ ਤੇ ਮਨੁੱਖ ਵਿੱਚ, ਇੱਕ ਬਾਲਕ ਹੈ ਤੇ ਜਿਹੜਾ ਮਨੁੱਖ ਹੈ ਉਹਦੇ ਵਿੱਚ ਆਤਮਾ ਵੀ ਹੈ, ਮਨੁੱਖ ਦਾ ਸਰੀਰ ਵੀ ਤਾਂ ਹੁੰਦਾ, ਮਨੁੱਖ ਦੀ ਬੁੱਧੀ ਵੀ ਤਾਂ ਹੁੰਦੀ ਹੈ। ਜਦੋਂ ਆਤਮਾ, ਸਰੀਰ ਤੇ ਬੁੱਧੀ ਤਿੰਨਾਂ ਦਾ ਸਰਵਪੱਖੀ ਵਿਕਾਸ ਹੁੰਦਾ ਨਾ, ਮੈਂ ਉਸ ਚੀਜ਼ ਨੂੰ ਕੀ ਮੰਨਦਾ, ਸਿੱਖਿਆ। ਠੀਕ ਹੈ ਜੀ, ਤੁਸੀਂ ਇਸ ਨੂੰ ਰਹਿਣ ਦਿਓ। ਆਈ ਥਿੰਕ ਤੁਹਾਨੂੰ ਇਹ ਸਮਝ ਆ ਗਿਆ ਹੁਣ। ਇਸ ਤੋਂ ਬਾਅਦ ਹੁਣ ਆਪਾਂ ਕਰਦੇ ਹਾਂ ਸਿੱਖਿਆ ਦਾ ਸੰਕੁਚਿਤ ਅਰਥ। ਦੇਖੋ, ਸੰਕੁਚਿਤ ਦਾ ਮਤਲਬ ਹੁੰਦਾ ਚੀਜ਼ ਛੋਟੀ, ਥੋੜ੍ਹੀ। ਹੁਣ ਸੰਕੁਚਿਤ ਦੇ ਵਿੱਚ ਕੀ ਆ ਜਾਊਗਾ, ਹੈਗੀ ਤਾਂ ਸਿੱਖਿਆ ਹੈ, ਪਰ ਜਿਹੜੀ ਉਹ ਸਿੱਖਿਆ ਹੈਗੀ ਹੈ ਉਹ ਸਿਰਫ ਆਪਾਂ ਇਹਦੇ ਵਿੱਚ ਸਕੂਲ ਦੀ, ਕਾਲਜ ਦੀ, ਕੋਈ ਯੂਨੀਵਰਸਿਟੀ ਦੀ, ਉਹ ਸਾਰੀਆਂ ਪੜ੍ਹਾਈਆਂ ਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਤੁਸੀਂ ਉਹਦੇ ਵਾਤਾਵਰਨ ਵਿੱਚੋਂ, ਪਰਿਵਾਰ ਵਿੱਚੋਂ ਜੋ ਕੁਝ ਸਿੱਖਿਆ, ਉਹ ਸਾਰਾ ਕੁਝ ਸੰਕੁਚਿਤ ਦੇ ਵਿੱਚ ਨਹੀਂ ਆਊਗਾ, ਉਹ ਸਾਰਾ ਕੁਝ ਵਿਆਪਕ ਦੇ ਵਿੱਚ ਆਊਗਾ। ਠੀਕ ਹੈ ਜੀ, ਚਲੋ ਆਪਾਂ ਸੰਕੁਚਿਤ ਨੂੰ ਪੜ੍ਹਦੇ ਹਾਂ, ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ। ਸਿੱਖਿਆ ਦੇ ਸੰਕੁਚਿਤ ਜਾਂ ਸੀਮਤ ਅਰਥ ਅਨੁਸਾਰ ਸਿੱਖਿਆ ਦਾ ਭਾਵ ਬਾਲਕ ਨੂੰ ਸਕੂਲ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਹੈ। ਸਮਝ ਗਏ ਨਾ? ਤਾਂ ਸੰਕੁਚਿਤ ਅਤੇ ਜਾਂ ਫਿਰ ਸੀਮਤ, ਦੋ ਵਰਡਸ ਪੇਪਰ ਦੇ ਵਿੱਚ ਯੂਜ਼ ਹੋ ਸਕਦੇ ਹੈਗੇ। ਸੰਕੁਚਿਤ ਵੀ ਆ ਸਕਦਾ ਹੈ ਜਾਂ ਫਿਰ ਸੀਮਤ ਵੀ ਆ ਸਕਦਾ ਹੈ। ਦੋਨੋਂ ਵਰਡ ਕਲੀਅਰ ਹੈ। ਸੀਮਤ ਦਾ ਮਤਲਬ ਹੋਇਆ ਲਿਮਿਟ ਦੇ ਵਿੱਚ ਕੋਈ ਚੀਜ਼ ਦਾ ਹੋਣਾ। ਠੀਕ ਹੈ, ਤਾਂ ਸਿੱਖਿਆ ਦਾ ਭਾਵ ਹੈ ਕਿ ਜਿਹੜਾ ਬਾਲਕ ਹੈ, ਬੱਚਾ ਹੈ, ਸਕੂਲ ਵਿੱਚ ਗਿਆ ਅਤੇ ਉਹਨੂੰ ਉੱਥੇ ਜੋ ਵੀ ਸਿੱਖਿਆ ਮਿਲੀ ਉਸ ਨੂੰ ਕੀ ਕਿਹਾ ਜਾਂਦਾ ਹੈ, ਸੰਕੁਚਿਤ ਜਾਂ ਸੀਮਤ ਸਿੱਖਿਆ। ਦੂਸਰੇ ਸ਼ਬਦਾਂ ਵਿੱਚ ਇੱਕ ਨਿਸ਼ਚਿਤ ਯੋਜਨਾ ਅਨੁਸਾਰ ਇੱਕ ਨਿਸ਼ਚਿਤ ਸਮੇਂ ਅਤੇ ਨਿਸ਼ਚਿਤ ਵਿਧੀਆਂ ਦੁਆਰਾ ਨਿਸ਼ਚਿਤ ਪ੍ਰਕਾਰ ਦਾ ਗਿਆਨ ਦਿੱਤਾ ਜਾਂਦਾ ਹੈ। ਹੁਣ ਇਸ ਦਾ ਮਤਲਬ ਕੀ ਹੋਇਆ, ਨਿਸ਼ਚਿਤ ਯੋਜਨਾ, ਨਿਸ਼ਚਿਤ ਸਮਾਂ। ਹੁਣ ਇਸ ਨੂੰ ਤੁਸੀਂ ਲਗਾਓ, ਤੁਸੀਂ 10th ਕਲਾਸ ਵਿੱਚੋਂ, ਉਸ ਦੇ ਵਿੱਚ ਇੱਕ ਨਿਸ਼ਚਿਤ ਯੋਜਨਾ ਬਣਾਈ ਗਈ ਹੈ ਕਿ ਤੁਸੀਂ ਫਸਟ ਮੰਥ ਦੇ ਵਿੱਚ ਤੁਸੀਂ ਫਸਟ 3 ਚੈਪਟਰ ਕੰਪਲੀਟ ਕਰਨੇ ਆ, ਟੀਚਰ ਨੇ ਕਰਵਾਉਣੇ ਆ, ਮੀਨਸ ਕਿ ਤਾਂ ਇੱਕ ਯੋਜਨਾ ਬਣ ਗਈ ਕਿ ਫਸਟ ਮੰਥ ਵਿੱਚ ਮੈਂ ਤੁਹਾਨੂੰ 3 ਚੈਪਟਰ ਕਰਵਾਉਂਗੀ। ਨਿਸ਼ਚਿਤ ਸਮਾਂ ਕੀ ਹੋਇਆ, ਇੰਗਲਿਸ਼ ਦਾ ਤੁਹਾਡਾ ਲੈਕਚਰ ਹੈਗਾ ਉਹ ਫਸਟ ਲੱਗਦਾ ਹੈ। ਨਿਸ਼ਚਿਤ ਵਿਧੀਆਂ, ਟੀਚਰ ਪੜ੍ਹਾਉਣ ਟਾਈਮ ਤੁਹਾਨੂੰ ਬੁੱਕ ਤੋਂ ਪੜ੍ਹਾਉਂਦਾ ਹੈ, ਬਲੈਕ ਬੋਰਡ ਦਾ ਯੂਜ਼ ਕਰਦਾ ਹੈ, ਕੋਈ ਆਪਣੇ ਕੋਲ LCD ਦਾ ਯੂਜ਼ ਕਰਦਾ, ਜਿਹੜੇ ਆਪਣੇ ਪ੍ਰੋਜੈਕਟ ਮੈਥਡ ਹੁੰਦੇ ਆ। ਠੀਕ ਹੈ, ਤਾਂ ਨਿਸ਼ਚਿਤ ਪ੍ਰਕਾਰ ਦਾ ਗਿਆਨ ਦਿੰਦਾ ਹੈ। ਤਾਂ ਉਸ ਰਿਲੇਟਡ, ਉਸ ਚੈਪਟਰ ਰਿਲੇਟਡ ਟੀਚਰ ਤੁਹਾਨੂੰ ਜਸਟ ਟਰਾਂਸਲੇਟ ਕਰਦਾ ਕਿ ਹਾਂਜੀ ਤੁਹਾਡੇ ਕੋਲ ਸਟੋਰੀ ਹੈ, ਟਰਾਂਸਲੇਸ਼ਨ ਕਰਤੀ, ਜਾਂ ਫਿਰ ਉਸ ਸਟੋਰੀ ਨੂੰ ਸਮਝ ਕੇ ਤੁਹਾਨੂੰ ਕੋਈ ਹੋਰ ਰੀਅਲ ਲਾਈਫ ਦੀ ਕੋਈ ਸਟੋਰੀ ਸੁਣਾਉਂਦੇ ਹੋਏ ਕਨੈਕਟ ਕਰਕੇ ਤੁਹਾਨੂੰ ਪੜ੍ਹਾਉਂਦੇ ਆ। ਉਹ ਸਾਰਾ ਕੁਝ ਕੀ ਹੈ, ਉਹਨਾਂ 'ਤੇ ਡਿਪੈਂਡ ਕਰਦਾ ਹੈ।
ਬੱਚੇ ਦੀ ਸਿੱਖਿਆ ਕੁਝ ਵਿਸ਼ੇਸ਼ ਪ੍ਰਭਾਵਾਂ ਅਤੇ ਕੁਝ ਵਿਸ਼ੇਸ਼ ਵਿਸ਼ਿਆਂ ਤੱਕ ਹੀ ਸੀਮਤ ਹੁੰਦੀ ਹੈ। ਉਹੀ ਸੇਮ ਚੀਜ਼ ਸਿੱਖਿਆ ਹੁੰਦੀ ਹੈ। ਤਾਂ ਆਪਾਂ ਨੂੰ ਪਤਾ ਜਿਵੇਂ ਕਿ ਹੁਣ ਤੁਸੀਂ ETT ਕਰ ਰਹੇ ਹੋ ਹੈ ਨਾ, ਤਾਂ 9 ਸਬਜੈਕਟ ਹੈਗੇ ਆ ਤੁਹਾਡੇ, ਤਾਂ ਕੁਛ ਉਹਦੇ ਵਿੱਚ ਵਿਸ਼ੇਸ਼ ਹੈਗੇ ਆ, ਵਿਸ਼ੇ ਹੈਗੇ ਆ। ਤੁਸੀਂ ਉਹ 9 ਬੁੱਕਸ ਹੀ ਪੜ੍ਹੋਗੇ, ਤੁਹਾਨੂੰ ਕੋਈ ਮਤਲਬ ਨਹੀਂ ਹੈ 10th ਬੁੱਕਸ ਪੜ੍ਹਨ ਦਾ ਜਾਂ 11th ਦਾ, ਜਦੋਂ ਤੁਹਾਨੂੰ ਕੋਈ ਮਤਲਬ ਹੀ ਨਹੀਂ ਹੈ। ਪੇਪਰ ਜਦੋਂ ਤੁਸੀਂ 9 ਦੇਣੇ ਹੈ ਤਾਂ ਮਤਲਬ ਤੁਹਾਡੇ ਕੋਲ ਵਿਸ਼ੇ ਸੀਮਤ ਹੁੰਦੇ ਹੈ। ਤਾਂ ਇਹ ਸਾਰਾ ਕੁਛ ਤੁਹਾਨੂੰ ਸੰਕੁਚਿਤ ਸਿੱਖਿਆ ਦੇ ਵਿੱਚ ਲਿਖਣਾ ਹੈ, ਠੀਕ ਹੈ ਜੀ। ਬੱਚਾ ਇਸ ਸਿੱਖਿਆ ਨੂੰ ਕੇਵਲ ਕੁਝ ਹੀ ਸਾਲਾਂ ਵਿੱਚ ਪ੍ਰਾਪਤ ਕਰ ਲੈਂਦਾ ਹੈ। ਉਸ ਨੂੰ ਪ੍ਰਾਪਤ ਕਰਨ ਦਾ ਮੁੱਖ ਥਾਂ ਸਕੂਲ ਹੁੰਦਾ ਹੈ। ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਵਿਅਕਤੀ ਸਿੱਖਿਆ ਦੇਣ ਦਾ ਕਾਰਜ ਕਰਦਾ ਹੈ, ਜਿਸ ਨੂੰ ਅਧਿਆਪਕ ਕਹਿੰਦੇ ਹੈ। ਜਿਹੜਾ ਬੱਚਾ ਹੈ ਸਕੂਲ ਦੇ ਵਿੱਚ ਜਾਂਦਾ ਹੈ, ਸਕੂਲ ਦਾ ਟਾਈਮ ਪੀਰੀਅਡ ਥੋੜ੍ਹੇ ਟਾਈਮ ਦਾ ਹੀ ਹੁੰਦਾ ਹੈ, ਸਾਰੀ ਉਮਰ ਤਾਂ ਨਹੀਂ ਕੋਈ ਤੁਸੀਂ 40 ਸਾਲ 50 ਸਾਲ ਤੱਕ ਸਕੂਲ ਹੀ ਜਾਈ ਜਾਓਗੇ ਹੈ ਨਾ। ਤਾਂ ਕੁਝ ਕੁ ਸਾਲਾਂ ਦਾ ਪ੍ਰੋਸੈਸ ਹੁੰਦਾ ਇਹ, ਜਿੱਥੇ ਬੱਚਾ ਕੁਛ ਨਾ ਕੁਛ ਸਿੱਖਦਾ ਆਪਾਂ ਉਸਨੂੰ ਸਕੂਲ ਕਹਿੰਦੇ ਹਾਂ। ਸਕੂਲ ਦੇ ਵਿੱਚ ਕੀ ਹੁੰਦਾ ਹੈ, ਜੋ ਵੀ ਤੁਹਾਨੂੰ ਵਿਸ਼ੇਸ਼ ਪ੍ਰਕਾਰ ਦੀ ਕੋਈ ਸਿੱਖਿਆ ਦਿੱਤੀ ਜਾਂਦੀ ਹੈ, ਉਹ ਸਿੱਖਿਆ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ, ਅਧਿਆਪਕ ਕਿਹਾ ਜਾਂਦਾ ਹੈ। ਤਾਂ ਉਸ ਅਧਿਆਪਕ ਕੋਲ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬੱਚੇ ਨੂੰ ਕਈ ਵਿਸ਼ਿਆਂ ਬਾਰੇ ਸਿੱਖਿਆ ਦੇਵੇ। ਇਸ ਲਈ ਸਧਾਰਨ ਤੌਰ 'ਤੇ ਸਿੱਖਿਆ ਦਾ ਅਰਥ ਵਿਸ਼ੇਸ਼ ਪ੍ਰਕਾਰ ਦੀਆਂ ਪੁਸਤਕਾਂ ਪੜ੍ਹਾਉਣਾ ਹੀ ਸਮਝਿਆ ਜਾਂਦਾ ਹੈ। ਤਾਂ ਸੰਕੁਚਿਤ ਸਿੱਖਿਆ ਦੇ ਵਿੱਚ ਕੀ ਹੁੰਦਾ, ਮੇਨ ਕੰਮ ਟੀਚਰ ਦਾ ਕੀ ਹੁੰਦਾ, ਉਹ ਪੁਸਤਕਾਂ ਪੜ੍ਹਾਵੇ, ਪੁਸਤਕਾਂ ਨੂੰ ਸਮਝਾਵੇ, ਪੁਸਤਕਾਂ ਦੇ ਰਿਲੇਟਡ ਜਿਹੜਾ ਵੀ ਗਿਆਨ ਉਹ ਦੇ ਸਕਦਾ ਉਹਨਾਂ ਨੂੰ ਦੇਵੇ। ਬਸ ਇਹੀ ਚੀਜ਼ ਸੰਕੁਚਿਤ ਦੇ ਵਿੱਚ ਆ ਜੂਗੀ, ਠੀਕ ਹੈ ਜੀ। ਹੁਣ ਐਵੇਂ ਇਹਦੇ ਵਿੱਚ ਵੀ ਦੇਖੋ ਤੁਹਾਡੇ ਕੋਲ 3 ਵਿਦਵਾਨ ਦਿੱਤੇ ਹੋਏ ਨੇ, ਤੁਸੀਂ ਇਹਨਾਂ ਵਿੱਚੋਂ ਕੋਈ ਆਪਦੇ ਅਕੋਰਡਿੰਗ ਕੋਈ ਵੀ 2 ਵਿਦਵਾਨ ਕਰ ਸਕਦੇ ਹੋ, ਬਹੁਤ ਹੈਗੇ। ਫਸਟ ਹੈ ਮੈਕੈਂਜੀ। ਸੰਕੁਚਿਤ ਅਰਥ ਵਿੱਚ ਸਿੱਖਿਆ ਦਾ ਅਰਥ ਸਾਡੀਆਂ ਸ਼ਕਤੀਆਂ ਦੇ ਵਿਕਾਸ ਤੇ ਸੁਧਾਰ ਲਈ ਚੇਤਨਾਪੂਰਵਕ ਕੀਤੇ ਗਏ ਕਿਸੇ ਵੀ ਯਤਨ ਤੋਂ ਹੀ ਹੋ ਸਕਦਾ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਸੰਕੁਚਿਤ ਸਿੱਖਿਆ ਉਹ ਸਿੱਖਿਆ ਹੁੰਦੀ ਹੈ ਜਿਹਦੇ ਵਿੱਚ ਕੀ ਹੈ, ਆਪਣੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਉਹਨਾਂ ਦਾ ਵਿਕਾਸ ਹੁੰਦਾ। ਚੇਤਨਾਪੂਰਵਕ ਮਤਲਬ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਹੁਣ ਆਹ ਸਾਰਾ ਕੁਝ ਸਿੱਖਣਾ ਹੈ ਤਾਂ ਕਿ ਆਪਾਂ ਵਧੀਆ ਨੰਬਰ ਲੈ ਕੇ ਜਾਈਏ, ਤਾਂ ਕਿ ਆਪਾਂ ਫਿਰ ਅਗਲੀ ਕਲਾਸ ਵਿੱਚ ਹੋਈਏ। ਤਾਂ ਉਹ ਸਾਰਾ ਕੁਝ ਪ੍ਰਾਪਤ ਕਰਨ ਵਾਸਤੇ ਆਪਾਂ ਯਤਨ ਵੀ ਕਰਦੇ ਹਾਂ। ਪ੍ਰੋਫੈਸਰ ਡਰਾਈਵਰ ਸਿੱਖਿਆ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਬਾਲਕ ਦੇ ਗਿਆਨ, ਚਰਿੱਤਰ ਤੇ ਵਿਵਹਾਰ ਨੂੰ ਇੱਕ ਵਿਸ਼ੇਸ਼ ਸਾਂਚੇ ਵਿੱਚ ਢਾਲਿਆ ਜਾਂਦਾ ਹੈ। ਹੁਣ ਜਿਹੜੀ ਸੰਕੁਚਿਤ ਸਿੱਖਿਆ ਇਹ ਕੁਝ ਇਸ ਤਰੀਕੇ ਦੀ ਸਿੱਖਿਆ ਹੈ ਜਿਹਦੇ ਵਿੱਚ ਇੱਕ ਬੱਚੇ ਦੇ ਗਿਆਨ ਨੂੰ, ਉਹਦੇ ਚਰਿੱਤਰ ਨੂੰ ਤੇ ਵਿਵਹਾਰ ਨੂੰ ਪ੍ਰੋਪਰ ਵੇ ਦੇ ਨਾਲ ਸਮਝਿਆ ਜਾਂਦਾ ਹੈ ਤੇ ਉਹਨੂੰ ਇੱਕ ਵਿਸ਼ੇਸ਼ ਢਾਂਚੇ ਵਿੱਚ ਢਾਲਿਆ ਜਾਂਦਾ ਹੈ। ਇਹਦਾ ਮਤਲਬ ਹੋਇਆ ਕਿ ਜਦੋਂ ਇੱਕ ਟੀਚਰ ਛੋਟੇ ਬੱਚੇ ਨੂੰ ਪੜ੍ਹਾਉਂਦਾ ਹੈ ਤਾਂ ਉਹ ਪੜ੍ਹਾਈ ਦੇ ਨਾਲ ਨਾਲ ਉਹ ਕਿਸ ਤਰੀਕੇ ਦੀ ਐਟੀਕੇਟ ਯੂਜ਼ ਕਰਦਾ, ਉਹਦੇ ਨਾਲ ਬੱਚੇ ਦਾ ਜਿਹੜਾ ਵਿਵਹਾਰ ਹੈ ਉਹ ਵਿਸ਼ੇਸ਼ ਬਣਦਾ ਹੈ। ਸਿੱਖਿਆ ਦੇ ਇਸ ਅਰਥ ਵਿੱਚ ਅਧਿਆਪਕ ਦਾ ਸਥਾਨ ਮੁੱਖ ਹੁੰਦਾ ਹੈ। ਓਬਵੀਅਸਲੀ ਹੈ, ਤੁਸੀਂ ਜਿਹੜੀ ਪੜ੍ਹਾਈ ਪੜ੍ਹ ਰਹੇ ਹੋਗੇ ਉਹਦੇ ਵਿੱਚ ਅਗਰ ਤੁਹਾਨੂੰ ਸਕੂਲ ਕਾਲਜ ਦੇ ਵਿੱਚ ਟੀਚਰ ਹੀ ਨਹੀਂ ਮਿਲਣਗੇ ਫਿਰ ਤੁਹਾਨੂੰ ਸੰਕੁਚਿਤ ਸਿੱਖਿਆ ਕੋਈ ਨਹੀਂ ਦੇ ਸਕਦਾ। ਤਾਂ ਇਸ ਲਈ ਸੰਕੁਚਿਤ ਸਿੱਖਿਆ ਵਿੱਚ ਅਧਿਆਪਕ ਦਾ ਜਿਹੜਾ ਸਥਾਨ ਹੈ ਮੁੱਖ ਹੁੰਦਾ ਹੈ ਤੇ ਬੱਚਾ ਕੀ ਹੁੰਦਾ, ਗੌਣ ਹੁੰਦਾ। ਗੌਣ ਮਤਲਬ ਸੈਕੰਡਰੀ ਪ੍ਰੈਫਰੈਂਸ 'ਤੇ ਹੁੰਦਾ ਤੇ ਅਧਿਆਪਕ ਪ੍ਰਾਇਮਰੀ ਪ੍ਰੈਫਰੈਂਸ ਹੁੰਦਾ, ਮਤਲਬ ਫਸਟ ਪ੍ਰੈਫਰੈਂਸ ਟੀਚਰ ਦੀ ਹੁੰਦੀ ਹੈ, ਇਹ ਹੁੰਦਾ ਸੈਕਿੰਡ ਨੰਬਰ 'ਤੇ, ਠੀਕ ਹੈ ਜੀ। ਹੁਣ ਸੈਕਿੰਡ ਆਪਣੇ ਕੋਲ ਦਿੱਤਾ ਹੋਇਆ ਇਹਨਾਂ ਦਾ ਅੰਤਰ, ਜਿਹੜਾ ਅੰਤਰ ਹੈ ਉਹੀ ਸਾਰਾ ਕੁਝ ਦਿੱਤਾ ਹੋਇਆ, ਤੁਸੀਂ ਇਸ ਨੂੰ ਖੁਦ ਰੀਡ ਕਰ ਲਿਓ। ਥੋੜ੍ਹਾ ਜਿਹਾ ਮੈਂ ਤੁਹਾਨੂੰ ਚਲੋ ਦੱਸ ਦਿੰਦੀ ਆਂਗੀ। ਅਰਥ ਦੇ ਵਿੱਚ ਕੀ ਹੈ ਆਪਣੇ ਕੋਲੇ, ਸਿੱਖਿਆ ਜਿਹੜੀ ਹੈ ਉਹ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ ਤੇ ਇਹਦੇ ਵਿੱਚ ਆਪਣੇ ਕੋਲੇ ਕੋਈ ਲਿਮਿਟ ਨਹੀਂ ਹੁੰਦੀ, ਆਪਾਂ ਕਿੱਥੋਂ ਵੀ ਸਿੱਖ ਸਕਦੇ ਹਾਂ। ਸਥਾਨ ਹੈਗਾ, ਪਰਟੀਕੂਲਰ ਸਥਾਨ ਹੁੰਦਾ, ਸਕੂਲ ਕਾਲਜ ਜਾਣਾ, ਇਹਦੇ ਵਿੱਚ ਕੋਈ ਸਥਾਨ ਨਹੀਂ ਹੁੰਦਾ, ਤੁਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਸਿੱਖ ਸਕਦੇ ਹੋਗੇ। ਸਮਾਬੱਧ, ਇਹ ਸਮਾਬੱਧ ਹੁੰਦੀ ਹੈ ਕਿ ਜਿਵੇਂ ਕਿ ਤੁਹਾਡੇ ਕੋਲ ਟਾਈਮ ਪੀਰੀਅਡ ਹੁੰਦਾ ਹੈ ਕਿ ਤੁਸੀਂ ਪਹਿਲਾਂ 6th ਕਰਨੀ ਹੈ, 7th ਕਰਨੀ ਹੈ, 8th ਕਰਨੀ ਹੈ। ਇੱਕ ਟਾਈਮ ਪੀਰੀਅਡ ਹੁੰਦਾ ਹੈ ਕਿ 1 ਸਾਲ ਦੀ ਆਪਣੀ ਕਲਾਸ ਹੈ, ਉਵੇਂ ਆਪਾਂ ਅੱਗੇ ਹੋਈ ਜਾਂਦੇ ਹਾਂ। ਪਰ ਵਿਆਪਕ ਦੇ ਵਿੱਚ ਇਹ ਜੀਵਨ ਭਰ ਚੱਲਦੀ ਰਹਿੰਦੀ ਹੈ, ਕੋਈ ਟਾਈਮ ਪੀਰੀਅਡ ਨਹੀਂ ਹੈਗਾ, ਠੀਕ ਹੈ। ਉਹੀ ਸਾਰਾ ਕੁਝ ਜਿਹੜਾ ਆਪਾਂ ਪੜ੍ਹ ਕੇ ਆਏ ਸੀ ਉਹੀ ਸਾਰੇ ਪੁਆਇੰਟਸ ਇਹਦੇ ਵਿੱਚ ਐਕਸਪਲੇਨ ਕੀਤੇ ਹੋਏ ਹੈਗੇ। ਇਸ ਤੋਂ ਬਾਅਦ ਹੈ ਸਿੱਖਿਆ ਦਾ ਸਰੂਪ ਜਾਂ ਵਿਸ਼ੇਸ਼ਤਾਵਾਂ। ਤਾਂ ਫਸਟ ਪੁਆਇੰਟ ਹੈ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ। ਅਗੇਨ ਆਪਾਂ ਦੇਖੋ ਪੜ੍ਹ ਚੁੱਕੇ ਹੈਗੇ ਆ ਵੀ ਜਿਹੜੀ ਸਿੱਖਿਆ ਹੈਗੀ ਆ ਉਹ ਜੀਵਨ ਭਰ ਚੱਲਦੀ ਰਹਿੰਦੀ ਹੈਗੀ ਹੈ। ਇਹ ਮਾਂ ਦੀ ਕੁੱਖ ਤੋਂ ਸਟਾਰਟ ਹੋ ਜਾਂਦੀ ਹੈ, ਮੌਤ ਤੱਕ ਚੱਲਦੀ ਰਹਿੰਦੀ ਹੈ। ਤੁਸੀਂ ਇਹਨਾਂ ਨੂੰ ਇੱਕ ਵਾਰੀ ਰੀਡ ਕਰੋਗੇ ਨਾ ਤੁਹਾਨੂੰ ਈਜ਼ੀਲੀ ਸਮਝ ਆ ਜਾਣਗੀਆਂ। ਗਤੀਸ਼ੀਲ ਪ੍ਰਕਿਰਿਆ, ਦੇਖੋ ਗਤੀਸ਼ੀਲ ਦਾ ਮਤਲਬ ਹੁੰਦਾ ਹੈਗਾ ਕਿ ਇਹ ਇੱਕ ਸਿੱਖਿਆ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹੜੀ ਰੁਕਦੀ ਨਹੀਂ ਹੈਗੀ,
ਚੱਲਦੀ ਰਹਿੰਦੀ ਹੈ। ਪਰ ਹਾਂ ਕਈ ਵਾਰ ਕੀ ਹੋ ਜਾਂਦਾ ਹੈ, ਗਤੀਸ਼ੀਲ ਪ੍ਰਕਿਰਿਆ ਹੈ, ਪਰ ਕਈ ਵਾਰ ਇਸ ਦੀ ਜਿਹੜੀ ਪ੍ਰੋਸੈਸ ਹੈ ਕਦੇ ਗਤੀ ਹੌਲੀ ਹੋ ਜਾਂਦੀ ਹੈ, ਕਦੇ ਫਾਸਟ ਹੋ ਜਾਂਦੀ ਹੈ, ਪਰ ਆਈ ਨਹੀਂ ਹੁੰਦਾ ਕਿ ਜਿਹੜੀ ਆਪਾਂ ਸਿੱਖਣਾ ਹੈਗਾ ਉਹ ਬੰਦ